जी आए ਨੂੰ प्यारे विद्यार्थियों 9th क्लास ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 6 ਟਿਸ਼ੂਜ਼। ਇਸ ਚੈਪਟਰ ਦੇ ਨੋਟਸ ਨੂੰ ਕੰਟੀਨਿਊ ਕਰਦੇ ਹੋਏ ਆਓ ਕਰੀਏ ਨੋਟਸ ਪਾਰਟ 6 and in this video we will learn about animal tissues, epithelial tissues, squamous tissues, stratified tissues, that is squamous epithelium, stratified epithelium, ciliated epithelium, columnar epithelium and glandular epithelium। ठीक है, सो ਅੱਗੇ ਵਧਣ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਇਸੀ ਚੈਨਲ ਦੇ ਉੱਤੇ 9th ਕਲਾਸ ਦੇ ਨਾਲ ਰਿਲੇਟਡ 3 ਪਲੇਲਿਸਟ ਹੋ ਰਹੀਆਂ 9th ਮੈਥ ਨੋਟਸ ਅਤੇ 9th ਇੰਗਲਿਸ਼ MCV ਮੇਨ ਕੋਰਸ ਬੁੱਕ। ਸੋ ਆਪਣੀ ਨੀਡਸ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾ ਕੇ ਆਪਣੇ ਲੋੜੀਂਦੇ ਵੀਡੀਓਜ਼ ਦੇਖ ਸਕਦੇ ਹੋ। ਸੋ ਸਾਰੇ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਨੋਟਸ ਨੂੰ ਨੋਟ ਡਾਊਨ ਕਰ ਲੈਣਾ ਹੈ, ਫਿਰ ਰਿਵਾਈਜ਼ ਕਰਕੇ ਨਾਲ ਦੇ ਨਾਲ ਇਹਨਾਂ ਨੂੰ ਲਿਖਣ ਦਾ ਆਪ ਅਭਿਆਸ ਕਰਨਾ ਹੈ। ਸੋ ਆਓ ਸ਼ੁਰੂ ਕਰੀਏ। ਸੋ ਐਨੀਮਲ ਟਿਸ਼ੂਜ਼ ਬਾਰੇ ਪਹਿਲੇ ਜਨਰਲ ਗੱਲ ਕਰ ਲਈਏ। ਇਨ ਦ ਪ੍ਰੀਵੀਅਸ ਵੀਡੀਓਜ਼ ਵੀ ਹੈਵ ਲਰਨਡ ਅਬਾਊਟ ਪਲਾਂਟ ਟਿਸ਼ੂਜ਼। ਵੈਨ ਵੀ ਬਰੀਥ ਮਤਲਬ ਜਦੋਂ ਸਾਹ ਲੈਂਦੇ ਹਾਂ, ਦੀ ਸਪੈਸ਼ਲਾਈਜ਼ਡ ਸੈਲਸ ਕਾਲਡ ਮਸਲ ਸੈਲਸ ਕਾਜ਼ ਦੀ ਮੂਵਮੈਂਟ ਆਫ ਅਵਰ ਚੈਸਟ। ਜਦੋਂ ਸਾਹ ਲੈਂਦੇ ਹਾਂ ਤੇ ਸਾਡੀ ਚੈਸਟ ਫੁੱਲਦੀ ਹੈ ਤੇ ਸੁੰਗੜਦੀ ਹੈ ਨਾ। ਸੋ ਦਿਸ ਹੈਪਨਸ ਡਿਊ ਟੂ ਦੀ ਮਸਲ ਸੈਲਸ ਵਿਚ ਆਰ ਸਪੈਸ਼ਲਾਈਜ਼ਡ ਇਨ ਦਿਸ ਫੰਕਸ਼ਨ। ਦੀ ਕੰਟਰੈਕਸ਼ਨ ਸੁੰਗੜਨਾ ਐਂਡ ਰਿਲੈਕਸੇਸ਼ਨ ਫੈਲਣਾ of muscle cells result in this movement। ਇਹ movement contraction and relaxation of the muscle cell ਕਰਕੇ ਹੁੰਦੀ ਹੈ। during breathing ਸਾਹ ਲੈਣ ਵੇਲੇ we inhale ਹੁੰਦਾ ਹੈ ਬੱਚਿਓ ਸਾਹ ਅੰਦਰ ਲੈਣਾ, exhale ਸਾਹ ਬਾਹਰ ਛੱਡਣਾ। ਜੇ in ਦੀ ਜਗ੍ਹਾ ex ਆ ਜਾਏ ਫਿਰ ਬਣ ਜਾਂਦਾ exhale, that means ਸਾਹ ਬਾਹਰ ਛੱਡਣਾ। inhale ਮੈਨੇ ਹਵਾ ਅੰਦਰ ਲੈਣੀ। when we inhale oxygen which is absorbed in the lungs ਫੇਫੜਿਆਂ ਵਿੱਚ ਜੋ ਘੁਲ ਜਾਂਦੀ ਹੈ ਹਵਾ and is then transported to all the body cells through blood। ਕਿ ਉਹ ਸਾਰੀ ਜਿਹੜੀ ਆਕਸੀਜਨ ਡਿਜ਼ੋਲਵ ਹੁੰਦੀ ਹੈ ਉਹ ਫਿਰ it is carried to every part of the body, every cell through blood ਉਹ ਕੈਰੀਅਰ ਦਾ ਕੰਮ ਕਰਦਾ ਹੈ। so blood flows and carries various substances from one part of the body to the other। nutrients ਵੀ ਲੈ ਕੇ ਜਾਂਦਾ ਹੈ, ਹਾਰਮੋਨਸ ਵੀ ਲੈ ਕੇ ਜਾਂਦਾ ਹੈ, ਐਂਜ਼ਾਈਮਸ ਵੀ ਲੈ ਕੇ ਮਤਲਬ ਕਿ ਹਾਰਮੋਨਸ ਵੀ ਲੈ ਕੇ ਜਾਂਦਾ ਹੈ, ਡਾਈਜੈਸਟਡ ਫੂਡ ਵੀ ਲੈ ਕੇ ਜਾਂਦਾ ਹੈ। ਇਟ ਕੈਰੀਜ਼ ਆਕਸੀਜਨ ਐਂਡ ਫੂਡ ਟੂ ਆਲ ਦੀ ਸੈਲਸ। ਆਕਸੀਜਨ ਵੀ ਲੈ ਕੇ ਜਾਂਦਾ ਹੈ ਤੇ ਫੂਡ ਵੀ ਲੈ ਕੇ ਜਾਂਦਾ ਹੈ। ਤੇ ਦੂਸਰਾ ਕੰਮ ਕੀ ਕਰਦਾ ਹੈ, ਇਟ ਆਲਸੋ ਕਲੈਕਟਸ ਵੇਸਟ, ਜੋ ਕਾਰਬਨ ਡਾਈਆਕਸਾਈਡ ਹੈਗੀ ਹੈ ਜਾਂ ਹੋਰ ਵੇਸਟ ਮਟੀਰੀਅਲ ਹੈ ਉਹ ਵੀ ਲੈ ਕੇ ਆਉਂਦਾ ਹੈ। ਇਟ ਆਲਸੋ ਕਲੈਕਟਸ ਵੇਸਟ ਫਰੋਮ ਆਲ ਪਾਰਟਸ ਆਫ ਦਾ ਬੋਡੀ ਐਂਡ ਕੈਰੀਜ਼ them to the liver and the kidney for disposal। ਮਤਲਬ ਕਿ ਉਹਨੂੰ ਬਾਹਰ ਛੱਡਣ ਲਈ, ਤਿਆਗਣ ਲਈ ਕਿਡਨੀ ਔਰ ਲੀਵਰ ਵਿੱਚ ਲੈ ਕੇ ਜਾਂਦਾ ਹੈ। ਸੋ ਬਲੱਡ ਐਂਡ ਮਸਲਸ ਆਰ ਬੋਥ ਐਗਜ਼ਾਮਪਲਸ ਆਫ ਟਿਸ਼ੂਜ਼। ਮਤਲਬ ਕਿ ਇਹ ਇੱਕ ਐਗਜ਼ਾਮਪਲ ਦਿੱਤਾ ਹੈ ਕਿ ਕਿੱਦਾਂ ਸਾਡੀ ਬੋਡੀ ਕੰਮ ਕਰਦੀ ਹੈ। ਬਰੀਦਿੰਗ ਦੇ ਵਿੱਚ ਕਿਹਦਾ ਯੋਗਦਾਨ ਹੋਇਆ, ਮਸਲ ਸੈਲਸ ਦਾ, ਜਿਹਦੇ ਕਰਕੇ ਚੈਸਟ ਸਾਡੀ ਕੰਟਰੈਕਟ ਤੇ ਰਿਲੈਕਸੇਸ਼ਨ ਹੁੰਦੀ ਬਿਕੋਜ਼ ਆਫ ਮਸਲ ਸੈਲਸ। ਫਿਰ ਆਕਸੀਜਨ ਅਬਜ਼ੌਰਬ ਹੋਈ, ਫੂਡ ਡਾਈਜੈਸਟ ਹੋਇਆ ਤੇ ਉਹ ਸਾਰਾ ਡਾਈਜੈਸਟਡ ਫੂਡ ਤੇ ਆਕਸੀਜਨ ਕੌਣ ਲੈ ਕੇ ਗਿਆ, ਬਲੱਡ ਲੈ ਕੇ ਗਿਆ। ਤੇ ਜਿਹੜਾ ਉੱਥੇ ਵੇਸਟ ਮਟੀਰੀਅਲ ਤਿਆਰ ਹੋਇਆ ਉਹਨੂੰ ਵਾਪਸ ਕੌਣ ਲੈ ਕੇ ਆਇਆ, ਬਲੱਡ ਲੈ ਕੇ ਆਇਆ। and it was given to the kidney and the liver for disposal। so these blood and muscles are examples of two tissues। on the basis of the functions they perform there are mainly 4 different types of animal tissues। मतलब 4 main categories हैं tissues दियां, ठीक है, and which we will learn in this chapter। not in this video we will learn only about epithelial tissue। so 4 हैं ने, एक epithelial tissue, connective tissue, muscular tissue and ਨਰਵਸ ਟਿਸ਼ੂ। ਹੁਣ ਐਪੀਥੀਲੀਅਲ ਟਿਸ਼ੂ ਦੀ ਗੱਲ ਕਰਾਂਗੇ। ਐਪੀਥੀਲੀਅਮ ਜਾਂ ਅਸੀਂ ਐਪੀਥੀਲੀਅਮ ਕਹਿ ਸਕਦੇ ਹਾਂ ਜਾਂ ਐਪੀਥੀਲੀਅਲ ਟਿਸ਼ੂ ਕਹਿ ਸਕਦੇ ਹਾਂ, ਇੱਕੋ ਗੱਲ ਹੈ, ਠੀਕ ਹੈ। ਈਦਰ ਯੂ ਸੇ ਐਪੀਥੀਲੀਅਮ ਔਰ ਯੂ ਸੇ ਐਪੀਥੀਲੀਅਲ ਟਿਸ਼ੂ, ਠੀਕ ਹੈ। ਟਿਸ਼ੂ ਇਜ਼ ਨਾउन, ਐਪੀਥੀਲੀਅਲ ਇਜ਼ ਐਡਜੈਕਟਿਵ। ਸੋ ਐਪੀਥੀਲੀਅਮ means ਐਪੀਥੀਲੀਅਲ ਟਿਸ਼ੂ। So epithelium is an animal tissue consisting of one or more layers of closely packed, tightly packed, closely packed, compactly packed cells covering the external and internal surfaces of the body। ਸਾਡੀ body ਦਾ ਬਾਹਰਲਾ ਹਿੱਸਾ, even ਅੰਦਰਲੀ lining ਜਿਹੜੀ ਹੈਗੀ ਹੈ different organs ਦੀ, bodies ਦੀ, they are all covered with epithelia, ਠੀਕ ਹੈ। It is a protective tissue
protection ਦਿੰਦਾ and covers most organs and cavities within the body. It also forms a barrier. Barrier ਜਿਹੜਾ border ਹੁੰਦਾ ਹੈ, stoppage, rock, protection, protective layer, forms a barrier to keep different body systems separate. Distinction हो ਜਾਂਦੀ है, demarcation हो ਜਾਂਦੀ है. The skin, example, lining of the mouth, ਸਾਡੇ ਅੰਦਰ ਦਾ ਜਿਹੜੋ ਅੰਦਰ ਦੀ ਪਰਤ ਹੈ. Lining of blood vessels, ਜਿਹੜੀ ਖੂਨ ਦੀ ਨਾੜੀਆਂ ਹੈ. Lung alveoli. What is alveoli? Alveoli is plural of alveolus. ਤੇ alveolus ਦਾ ਕੀ ਮਤਲਬ ਹੈ? Air sac. ਜਿਹੜਾ ਸਾਡਾ ਸਾਹ ਜਾਂਦਾ ਹੈ, ਪਹਿਲੇ ਵਿੰਡ ਪਾਈਪ ਹੈ, ਫਿਰ ਉਹ bronchioles ਹੈਗੇ ਨੇ, ਤੇ bronchioles ਅੱਗੇ ਜਾ ਕੇ ਹੋਰ ਛੋਟੇ ਹੋ ਜਾਂਦੇ ਨੇ, तो ਅੱਗੇ ਜਾ ਕੇ ਜਿੱਥੇ ਐਂਡਿੰਗ ਇੱਕ ਛੋਟੇ ਛੋਟੇ ਬੈਗ ਬਣ ਜਾਂਦੇ ਨੇ, ਜਿਸ ਹਵਾ ਜਾਂਦੀ, ਜਿੱਥੇ ਹਵਾ ਦੀ ਐਕਸਚੇਂਜ ਹੁੰਦੀ ਹੈ ਬਲੱਡ ਦੇ ਨਾਲ, ਕੈਪੀਲਰੀਜ਼ ਦੇ ਨਾਲ, ਸੋ ਉਹਨੂੰ ਕਿਹਾ ਜਾਂਦਾ ਹੈ ਐਲਵੀਓਲਸ, 에ਅਰ ਸੈਕ, ਅਰਥਾਤ ਹਵਾ ਦੀ ਛੋਟੀ ਜਿਹੀ ਥੈਲੀ. ਸੋ ਐਲਵੀਓਲੀ ਇਜ਼ ਦੀ ਪਲੂਰਲ ਆਫ ਐਲਵੀਓਲਸ. ਐਲਵੀਓਲਸ ਮੀਨਸ 에ਅਰ ਸੈਕ ਐਟ ਦੀ ਟਰਮੀਨੇਸ਼ਨ ਆਫ bronchiole. ठीक है. And kidney tubules, tubule means small tubes, kidney ਦੀ ਜੋ ਛੋਟੀ tubes ਹੁੰਦੀਆਂ are all made of epithelial tissue. Example ਦਿੱਤੇ ਨੇ lung alveoli ਦੇ, skin cells ਦੇ, lining of mouth, lining of blood vessels, kidney tubules. Example ਦੇ ਕੇ they are all made of epithelial tissue. The tightly packed cells form a continuous sheet with only a small amount of cementing. Cementing मैंने fusing, जोड़न वाला, joining material between them, and almost no intercellular space. Intercellular space is hardly anything, negligible, and only a small amount of cementing material, and they form a continuous sheet. एक जिदा चद्दर बन जाती है, sheet बन जाती है, layer बन जाती है. Thus, anything entering or leaving the body must pass through at least one layer of epithelium. मतलब कि एक बैरियर बन गया, कोई भी चीज़ बाहरली अगर अंदर जानी है तो उन्होंने एपीथेलियम की घट तो घट एक लेयर तो पास होके जाना ही पेगा, उन्होंने क्रॉस करना पेगा. एज अ रिजल्ट दी परमिएबिलिटी मीन द बच्चों दी परमिशन टू एंटर, ठीक है ना, permeability of the permission to enter or exit of the cells of various epithelia. Epithelia का क्या मतलब? Epithelia is plural of epithelium. Epithelium is singular, epithelia is plural. So the permeability of the cells which form this epithelia, which they play an important role in regulating the exchange of materials between the body and the external environment, and also between different parts of the body. अर्थात बच्चों कि जड़ा जो एपीथीलिया है, जड़े सेल्स तो बने एपीथीलिया, ਉਹਦੀ जो परमेबिलिटी है ਉਹਦਾ बड़ा तगड़ा रोल ਹੁੰਦਾ है in regulating the exchange of materials between the body and the external environment, and also between different parts of the body. Quite obvious, because epithelium is a tissue, and tissue is a group of cells of similar structure and function. ठीक है. लेकिन all types of epithelial tissues, because epithelial tissues दी अगे वैरायटियां हैं, अगे categorization है. So all types of epithelial tissues are usually separated from the underlying tissue by an extracellular fibrous basement membrane. इत्थे मैं दसांगा थोड़ा ज़्यादा डिटेल what is basement membrane. Different epithelia, again epithelia plural of epithelium, they show differing structures that correlate with their unique functions. Different epithelia perform different functions, and in correlation with the functions they have to perform, they have their corresponding structures. मतलब कि epithelia जड़े अलग अलग ने उन्होंने अलग अलग structures ने, because they perform different kinds of functions, and there is a correlation between the structure and the function they perform. ठीक है. So basement membrane की है एक थोड़ा वैसे तो एक्सप्लेन किया पर थोड़ा ज़्यादा डिटेल से देख लेने हैं. इट इज़ द थिन एक्स्ट्रा सेलुलर लेयर, एक्स्ट्रा सेलुलर सेल तो अलावा, composed of fibrous elements, proteins and space filled molecules that attaches the epithelium to the underlying connective tissue. So जे एक लाइन च लिखना होवे कि basement membrane is a thin extracellular fibrous
layer, membrane, which attaches the epithelium to the underlying connective tissue. मतलब कि यह एक joint है, मतलब कि it is a link between the underlying connective tissue and the epithelium. ਹੁਣ पहला टाइप आ गया simple squamous epithelium. The first type of epithelium, simple squamous epithelium. Squamous means covered with, formed of, or resembling scales. Scales means layers, sheets. ठीक है ना? So simple squamous epithelium, because squamous means covered with, formed of, or resembling scales, it means squamous epithelium is in layers. So simple squamous epithelium is composed of a single, क्योंकि ये simple है, so it is composed of a single thin and delicate layer of flattened scale-like cells. It is because it is simple, so it is composed of a single thin and delicate layer of flattened scale-like cells. For example, in cells lining blood vessels or lung alveoli. जो blood vessels की lining है, lung alveoli, which is plural of alveolus. Alveolus means air sac. Transportation of substances occurs through a selectively permeable surface. दो एग्जांपल ने blood lining ਦਾ, I mean blood vessels ਦੀ lining ਤੇ ਸਾਡੇ ਜੋ lungs ਦੇ alveoli ਹੈਗੇ ਨੇ. So there is a simple flat kind of epithelium in every ਜਗ੍ਹਾ ਤੇ. The esophagus, that is passage between mouth and stomach, ਜਿਹਨੂੰ ਅਸੀਂ food pipe ਵੀ ਕਹਿ ਸਕਦੇ ਹਾਂ, food digestive tract ਵੀ ਕਹਿ ਸਕਦੇ ਹਾਂ. So passage between mouth and stomach and the mouth lining, esophagus, mouth lining are also covered with squamous epithelium. So examples again, lung alveoli, blood vessels lining, esophagus and mouth lining, they are all covered with simple squamous epithelium. अब बच्चों एग्जांपल आ गया, देखो इज अ सिंगल लेयर एंड दिस इज योर बेस मेम्ब्रेन. ठीक है ना? ओके चलिए. स्ट्रेटिफाइड स्क्वेमस एपिथेलियम. स्ट्रेटिफाइड. Now stratified means formed or arranged in strata. What is strata? Strata is plural of stratum. And what is stratum? Stratum means layer. So stratified means made of multiple layers. Simple squamous epithelium is single layer. Stratified squamous epithelium is multiple layers. So the skin protects the skin protects the body from adverse means unfavorable, damaging elements of external environment. It is made of squamous epithelium. ਜਿਹੜੀ ਸਾਡੀ skin ਨੇ ਇਹ ਵੀ squamous epithelium ਦੀ ਬਣੀ ਹੋਈ ਹੈ, but it is stratified squamous epithelium. Skin epithelial cells are arranged in many layers to prevent wear and tear. क्योंकि उपरले सेल डाई होके डिगदे रहंदे ने ते नਵੇਂ सेल थल्ले आंदे रहंदे ने. ठीक है ना? So the wear and tear is there, क्योंकि skin ਦੇ ਨਾਲ ਬੱਚੋ ਅਸੀਂ ਕਈ ਵਾਰ ਰਗੜਾ ਵੀ ਲੱਗਦਾ ਹੈ ਤੇ ਬਾਹਰ ਮਤਲਬ ਕਿ ਕਦੀ ਸਵੈਟ ਵੀ ਆਂਦਾ ਹੈ, ਪਸੀਨਾ ਵੀ ਆਂਦਾ ਹੈ, ਠੰਡ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ. ਸੋ wear and tear ਹੁੰਦੀ, ਧੁੱਪ ਵੀ ਲੱਗਦੀ ਹੈ, pollution, dust, बड़ा कुछ है ना. So to prevent wear and tear, since they are arranged in a pattern of layers, this epithelium is called stratified squamous epithelium. देखो एग्जांपल है बच्चों, layers देखो stratified, many layers are there. So this is an example of a diagram of ਤੁਹਾਡੀ ਕਿਤਾਬ ਚੋਂ ਲਿਆ courtesy NCERT. stratified squamous epithelium. ਜਿਹੜਾ simple squamous ਸੀਗਾ ਉਹ single layer ਸੀਗੀ, thin layer. ਇੱਥੇ multiple layers are there, a pattern of layers are there. Columnar epithelium. Now columnar means like pillar, ਜਿਹਦਾ ਖੰਭਾ ਹੁੰਦਾ ਹੈ, or column, thumb. In columnar epithelium, the cells are taller than they are wide. ਲੰਬੇਦਾਨ ਹੁੰਦੇ ਨੇ. They are taller than they are wide. ਚੌੜਾਈ ਘੱਟ ਹੈ, ਲੰਬਾਈ ਜ਼ਿਆਦਾ ਹੈ. ਤਾਂ ਹੀ ਖੰਭਾ ਇਸ ਤਰ੍ਹਾਂ ਹੁੰਦਾ ਨਾ, ਖੰਭਾ ਜਿਹੜਾ column ਹੈਗਾ, pillar ਹੈਗਾ, ਉਹਦੀ ਲੰਬਾਈ ਜ਼ਿਆਦਾ ਹੁੰਦੀ ਹੈ, ਚੌੜਾਈ ਘੱਟ ਹੁੰਦੀ ਹੈ. And are specialized for secretion and absorption. ਕਿਉਂਕਿ ਦੇਖੋ ਬੱਚੋ ਅਲੱਗ-ਅਲੱਗ ਸਟਰਕਚਰ ਦੇ ਅਲੱਗ-ਅਲੱਗ ਫੰਕਸ਼ਨ ਸੀਗੇ, ਹਨਾ. ਜਿਹੜਾ ਸਟ੍ਰੈਟੀਫਾਈਡ ਹੈਗਾ
ਉਹਨੇ ਕੀ ਕਰਨਾ ਹੈ, ਵੀਅਰ ਐਂਡ ਟੀਅਰ ਨੂੰ ਘਟਾਣਾ ਹੈ। ਜਿਹੜਾ ਸਿੰਪਲ ਸਕੁਐਮਸ ਸੀਗਾ ਉਹਨੇ ਕਰਨਾ ਟਰਾਂਸਪੋਰਟੇਸ਼ਨ ਔਰ ਐਬਜ਼ੌਰਪਸ਼ਨ ਕਰਨੀ ਹੈ। ਠੀਕ ਹੈ, ਤੇ ਫਿਰ ਜਿਹੜਾ ਆਪਣਾ ਇਹ ਸੀਗਾ ਕੋਲਮਨਰ ਹੈਗਾ, it is specialized for secretion and absorption, secretion of some enzymes, hormones, absorption of some food material. So they are present in the inner lining of the intestine where absorption and secretion occur. ਹੁੰਦੀ ਹੈ, ਦੇਖੋ ਇੰਟੈਸਟਾਈਨ ਵਿੱਚ enzymes ਰਿਲੀਜ਼ ਕੀਤੇ ਜਾਂਦੇ ਨੇ, ਹਾਈਡਰੋਕਲੋਰਿਕ ਐਸਿਡ ਰਿਲੀਜ਼ ਕੀਤਾ ਜਾਂਦਾ ਹੈ ਆਪਣਾ, ਤੇ ਫਿਰ ਐਬਜ਼ੌਰਪਸ਼ਨ ਵੀ ਹੁੰਦੀ ਹੈ, ਫੂਡ ਡਾਈਜੈਸਟਡ ਫੂਡ ਇਜ਼ ਐਬਜ਼ੌਰਬਡ। ਤੇ ਮਾਈਕਰੋਵਿਲੀ, ਹੁਣ what is ਮਾਈਕਰੋਵਿਲੀ? minute finger-like projections on the columnar cells of the small intestine make the absorption efficient. जो माइक्रोविली है बच्चों, ਇਹ ਮੈਂਬਰੇਨ ਦੀ ਹੀ ਕਿਸਮ ਦੀ ਮੈਂਬਰੇਨ ਥੋੜੀ ਬਾਹਰ ਪ੍ਰੋਜੈਕਟ ਹੋ ਕੇ ਫੋਲਡ ਹੋਈ ਹੁੰਦੀ ਹੈ, ਠੀਕ ਹੈ ਨਾ। ਸੋ ਉਹਦੇ ਨਾਲ ਕੀ ਸਰਫੇਸ ਏਰੀਆ ਵੱਧ ਜਾਂਦਾ ਹੈ। when the surface area increases, the absorption becomes better, absorption becomes efficient, ठीक है। the columnar epithelium facilitates movement across the epithelial barrier. ਸੋ ਇਹਦਾ ਇੱਕ ਪਰਪਸ ਹੀ ਹੁੰਦਾ ਹੈ, across the epithelial barrier ਦੇ ਨਾਲ ਜੋ ਉਹਦੇ across ਉਹ ਤੋਂ ਆਰ ਪਾਰ ਜੋ ਮੂਵਮੈਂਟ ਹੈ ਚੀਜ਼ਾਂ ਦੀ, ਉਹ ਇਹਨੂੰ ਫੈਸਿਲਿਟੇਟ ਕਰਦਾ ਹੈ, columnar epithelium। फिर आ गया ciliated columnar epithelium. Ciliated columnar epithelium है cilia, उसी microvilli है cilia, hair like projections on a cell। बच्चों microvilli ते cilia च फर्क है, cilia are longer, thinner and pointed at the ends, ते जड़ा villius है villi, microvilli, they are thicker, they are blunt ends and they are shorter। The cilia, they can move, they are motile, but villi are not motile, they don't move, they increase the surface area, but cilia they can move, ठीक है। ਇਹ थोड़ा बहुत फर्क है, मैं तुम बेसिकली दस देता है। So villi are finger like projections on the mucous membranes and cilia are hair like projections on a cell, they are pointed, they are thinner, they are longer and they are motile। The villi are thicker, shorter, they don't have pointed ends and they are not motile, ठीक है। So columnar epithelium has cilia on the outer surface of epithelial cells। The respiratory tract, जो साह लेने वाली साड़ी नाली है, windpipe, the respiratory tract has ciliated columnar epithelial tissue। The cilia can move and help remove dust from the respiratory passages। मतलब कि जड़ी साढ़े अंदर कोई dust pollutants चले जाते हैं, वो cilia उन्हें हिला हिला के उधरों बाहर कर देती है। मतलब these small cilia hair like projections, they move and clean it up। The movement of cilia also pushes forward the mucus, mucus होती है जड़ी बलगम sputum, उन्हों भी वो क्लियर करती है, उन्हें हिला ला के बाहर गले च फेरिंग्स विच आ जाती है, ठीक है। सो म्यूकस की होता है बच्चों, दी स्लाइमी, स्लाइमी मैंने स्लिपरी, प्रोटेक्टिव सिक्रीशन ऑफ द म्यूकस मेम्ब्रेन्स। म्यूकस इज एडजेक्टिव, म्यूकस इज नाउन। म्यूकस इज द स्लाइमी प्रोटेक्टिव सिक्रीशन ऑफ द म्यूकस मेम्ब्रेन्स, ठीक है। मैं नाल वैसे लिख देता है ताकि गल समझ आ जाए। इत्थे MUCUS है, इत्थे MUCOUS है, थोड़ा स्पेलिंग का फर्क देखना है। This is the columnar, लंबे लंबे like pillar, like a pillar। So this is columnar ciliated, ciliated देखो cilia ऊपर है, निके निके cilia है ऊपर, ठीक है। So columnar ciliated epithelium। ਹੁਣ आ गया cuboidal epithelium। Cuboidal means बच्चों like a cube। So cuboidal epithelium with cube shaped cells, डब्बा, length is to breadth is to length is equal to breadth is equal to height, like a cube। So cuboidal epithelium forms the lining of kidney tubules, जो किडनी ਦੇ ਛੋਟੀ ਛੋਟੀ ਟਿਊਬਸ ਹੈਗੀਆਂ ਉਹਦੇ ਵਿੱਚ ਹੁੰਦੇ ਨੇ, and ducts of salivary glands, ਜਿਹੜੀ ਸਾਡੇ ਮੂੰਹ ਚੋਂ ਲਾਰ ਨਿਕਲਦੀ ਹੈ, ਠੀਕ ਹੈ, ਉਹ ਉਹਨੂੰ ਕਹਿੰਦੇ saliva, and saliva is produced by salivary glands where it provides mechanical support। Here the cells have microvilli, ਇੱਥੇ ਵੀ microvilli ਹੈ, जिदा small intestine ਵਿੱਚ microvilli है। Here the cells have microvilli, plural of microvillus, मैं दोबारा फिर लिख देता है, minute finger shaped projections on the mucous membrane। In kidney tubules
their function is to reabsorb useful material back to the blood। जो किडनी साड़ी साफ कर दी है, फिल्टर कर दी है, पर जो फिल्टर करके फिर कुछ जड़ा वधिया चीज़ फिल्टर हो जाती है बाहर, उन्होंने दोबारा रीअबजॉर्ब भी कर दी है। सो यह काम कहता होंगे these microvilli they help in kidney tubules, these microvilli they help in reabsorbing the useful material back to the blood। ठीक है, बस तुसी हाले इन्ने ना याद रख लो, अगे 10th विच तुसी अपना लाइफ प्रोसैसेस बारे पढ़ोगे जिले अगली क्लासा में जाओगे, पर सारी चीज़ें याद रख लो, ये सारी अगे तुहाडे 10th विच भी सारी काम आनी है, बिकॉज दे आर ऑल कनैक्टेड विद ईच अदर। ये देखो बच्चों, दिस इज क्यूबाइडल, देखो लाइक अ क्यूब है, देखो क्यूब बने ना, देखो दिस इज लाइक यू कैन से हाइट, लेंथ एंड दिस इज ब्रेड्थ। सो दीज आर क्यूबाइडल this is cuboidal epithelium, or these are cuboidal epithelial cells consisting of cuboidal epithelial cells, and it is known as cuboidal epithelial tissue or cuboidal epithelium। ਹੁਣ आ गया बच्चों glandular epithelium। Epithelium composed of secretory cells, those who secrete, is known as glandular epithelium। Often epithelial cells specialize as gland cells, मतलब gland वांगू काम करते हैं, which can secrete substances, जिमें sweat हो गया, पसीना, enzymes हो गए, hormones हो गए, etc. at the epithelial surface। Sometimes a portion of the epithelial tissue folds inward, a portion मतलब अंदर ਨੂੰ ਮੁੜ ਜਾਂਦਾ है, and a multicellular gland is formed। तो जो epithelial cell है, epithelial tissue है, वो gland ਦੀ form ले लेता है, then it is known as gland। this is glandular epithelium, फिर उन्होंने क्या आ जाता है glandular epithelium। ਹੁਣ बच्चों लास्ट एक थोड़ा जिहा समअप कर दिए कि functions of epithelium, बाई चांस ਇਹੋ ਜਿਹਾ क्वेश्चन आ जाए, वैसे everything has been covered before, पर अगर इस तरह सवाल आ जाए तो मैं एक इस तरह अरेंज कर देता कि what are the functions, the main functions of epithelium are protection against abrasions, जिदा स्किन ਦੀ ਅਸੀਂ ਗੱਲ ਕੀਤੀ है, chemical attack and invasion by pathogens। so all epithelia they provide protection, है ना, by creating a barrier within the body and the environment। ठीक है, फिर अगला absorption, जिस तरह intestine विच क्या है, kidneys विच क्या है, secretion again sweat glands, salivary glands, stomach, intestine, secretion होती है, and movement of substances, जिदा cilia, movement of dust, movement of mucus। ठीक है, फिर filtration and excretion, that is in the kidney। ठीक है, किडनी फिल्ट्रेशन भी होती है, फिर excretion, sensory reception, साड़ी जो nose, smell, eyes, sight, ear, ते अपना sensory जड़ा skin, heat, cold, texture, ये सारा। सो बच्चों ये चार इस तरह ग्रुप बना के तुसी फंक्शनस ਨੂੰ ਸਮ ਅਪ ਕਰ ਸਕਦੇ ਹੋ, ਫੰਕਸ਼ਨਸ ਆਫ ਐਪੀਥੀਲੀਅਮ। ਸੋ 9 ਦੇ ਸਿਲੇਬਸ ਦੇ ਹਿਸਾਬ ਨਾਲ ਬਸ ਦੈਟ ਇਜ਼ ਮੋਰ ਦੈਨ ਇਨਫ, ਮਤਲਬ ਇੰਨਾ ਹੀ ਹੈ ਐਪੀਥੀਲੀਅਮ ਦੇ ਬਾਰੇ। ਸੋ ਅਗਲੇ ਵੀਡੀਓ ਵਿੱਚ ਜਿਹੜੇ ਅਗਲੇ ਟਿਸ਼ੂਜ਼ ਹੈਗੇ ਨੇ, ਜਿਸ ਤਰ੍ਹਾਂ ਹੁਣ ਬਚਿਆ ਸਾਡੇ ਕੋਲ ਕਨੈਕਟਿਵ ਟਿਸ਼ੂ, ਮਸਕੂਲਰ ਟਿਸ਼ੂ, ਨਰਵਸ ਟਿਸ਼ੂ, ਉਹ ਅਸੀਂ ਅਗਲੇ ਵੀਡੀਓਜ਼ ਵਿੱਚ ਇਸ ਤਰ੍ਹਾਂ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ, ਨਿਰੰਤਰਤਾ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਅਗਲੇ ਵੀਡੀਓਜ਼ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।